ਹੁਣ ਬੇਨਤੀ ਕਰਾਂਗੇ ਸਾਡੇ ਦਰਮਿਆਨ ਹਾਜ਼ਰ ਨੇ ਸਾਡੇ ਵਿਦਵਾਨ ਆਲੋਚਕ ਨਰਿੰਦਰ ਮੋਹਾ ਜੀ ਕਿ ਜੋ ਇਹ 10 ਮਿੰਨੀ ਕਹਾਣੀਆਂ ਪੜ੍ਹੀਆਂ ਗਈਆਂ ਨੇ ਉਹਨਾਂ ਦੇ ਉੱਪਰ ਆਪਣੀ ਟਿੱਪਣੀ ਕਰਨਗੇ, ਆਪਣੇ ਵਿਚਾਰ ਰੱਖਣਗੇ। ਫਿਰ ਅਸੀਂ ਜੋ ਪ੍ਰੋਗਰਾਮ ਦਾ ਦੂਸਰਾ ਸੈਸ਼ਨ ਹੈ ਉਹ ਸ਼ੁਰੂ ਕਰਾਂਗੇ। ਨਰਿੰਦਰ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਪੰਡਾਲ 'ਚ ਹਾਜ਼ਰ ਦੋਸਤੋ 10 ਮਿੰਨੀ ਕਹਾਣੀਆਂ ਪੜ੍ਹੀਆਂ ਗਈਆਂ ਤੇ ਮੈਂ ਇਹਨਾਂ ਬਾਰੇ ਵੱਖਰੇ ਰੂਪ 'ਚ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ 10 ਮਿੰਨੀ ਕਹਾਣੀਕਾਰਾਂ ਨਾਲ ਸਾਂਝੇ ਰੂਪ 'ਚ ਕਰਨਾ ਚਾਹੁੰਦਾ। ਦੋਸਤੋ, ਮਿੰਨੀ ਕਹਾਣੀ ਗੋਸ਼ਟੀ ਤੇ ਮਿੰਨੀ ਕਹਾਣੀ ਵਰਕਸ਼ਾਪ 'ਚ ਬਹੁਤ ਅੰਤਰ ਹੁੰਦਾ ਹੈ। ਆਪਾਂ ਕਈ ਵਾਰੀ ਇੱਕ ਕਰਕੇ ਦੇਖ ਲੈਂਦੇ ਹਾਂ। ਮਿੰਨੀ ਕਹਾਣੀ ਗੋਸ਼ਟੀ 'ਚ ਜਦੋਂ ਅਸੀਂ ਬੋਲਦੇ ਹਾਂ ਤਾਂ ਠੀਕ ਹੈ ਆਦਾ ਕਰਕੇ ਜਗ੍ਹਾ ਸਾਰ ਲੈਂਦੇ ਹਾਂ। ਪਰ ਜਿਹੜੀ ਵਰਕਸ਼ਾਪ ਹੈ, ਜੁਗਨੂਆਂ ਦੇ ਅੰਗ ਸੰਗ ਇੱਕ ਵਰਕਸ਼ਾਪ ਹੈ ਤੇ ਇਸ ਵਰਕਸ਼ਾਪ ਦਾ ਜਿਹੜਾ ਉਦੇਸ਼ ਹੈ, ਸਾਨੂੰ 32 ਸਾਲ ਤਾਂ ਮਿੰਨੀ ਪਰਚੇ ਨੂੰ ਨਿਕਲਦੇ ਹੋ ਗਏ ਤੇ ਮੇਰੇ ਖਿਆਲ 'ਚ ਦੀਪਤੀ ਸਾਹਿਬ ਇਸ ਗੱਲ ਦੇ ਗਵਾਹ ਹੋਣਗੇ ਕਿ ਅਸੀਂ 2-4 ਸਾਲ ਪਹਿਲਾਂ ਇਸ ਅਣਗੌਲੀ ਵਿਧਾ ਨੂੰ ਗੌਲਣਯੋਗ ਬਣਾਉਣ ਲਈ ਯਤਨ ਆਰੰਭ ਕਰ ਦਿੱਤੇ ਸਨ। ਜੇ ਅਜੇ ਵੀ ਇਸ ਮਿੰਨੀ ਕਹਾਣੀ ਨੂੰ ਸਾਹਿਤ ਦੇ ਖੇਤਰ 'ਚ ਗੰਭੀਰਤਾ ਨਾਲ ਨਹੀਂ ਲਿਆ ਜਾਣ ਲੱਗ ਪਿਆ, ਸਥਾਪਿਤ ਆਲੋਚਕ ਇਸ ਦਾ ਨੋਟਿਸ ਨਹੀਂ ਲੈ ਰਹੇ, ਤਾਂ ਇਸ ਦਾ ਕਾਰਨ ਇਹੀ ਹੈ ਕਿ ਮਿੰਨੀ ਕਹਾਣੀ ਦੇ ਗੁਣਾਤਮਕ ਵਾਧੇ ਤੇ ਇਸ ਦੇ ਗੁਣਾਤਮਕ ਵਾਧੇ 'ਚ ਕੋਈ ਸੁਰਤਾਲ ਨਹੀਂ। ਲਿਖਿਆ ਬਹੁਤ ਜਾ ਰਿਹਾ, ਸਭ ਤੋਂ ਵੱਧ ਮਿੰਨੀ ਕਹਾਣੀ ਲਿਖੀ ਜਾ ਰਹੀ ਹੈ, ਸਭ ਤੋਂ ਵੱਧ ਮਿੰਨੀ ਕਹਾਣੀ ਲੇਖਕਾਂ ਦੀ ਗਿਣਤੀ ਹੈ, ਪੜ੍ਹੀ ਵੀ ਮਿੰਨੀ ਕਹਾਣੀ ਵੱਧ ਜਾ ਰਹੀ ਹੈ। ਪਰ ਜੇ ਇਸ ਦਾ ਗੰਭੀਰ ਰੂਪ ਅਜੇ ਤੱਕ ਵੀ ਨਹੀਂ ਜਾਣ ਲੱਗ ਪਿਆ ਤਾਂ ਇਹ ਸਾਡੇ ਵਾਸਤੇ ਸੋਚਣਾ ਬਣਦਾ ਹੈ ਕਿ ਕਿਤੇ ਨਾ ਕਿਤੇ ਸਾਡੇ 'ਚ ਕਮੀ। ਅਸੀਂ ਆਲੋਚਕਾਂ ਨੂੰ ਆਪਣੇ ਨਿੱਜੀ ਜਾਈਏ, ਜਿਹੜੀ ਚੰਗੀ ਰਚਨਾ, ਮੇਰਾ ਆਪਣਾ ਨਿੱਜੀ ਵਿਚਾਰ ਹੈ, ਉਹਨੂੰ ਕੋਈ ਆਲੋਚਕ ਨਜ਼ਰਅੰਦਾਜ਼ ਨਹੀਂ ਕਰ ਸਕਦਾ ਤੇ ਜਿਹੜੀ ਕਮਜ਼ੋਰ ਰਚਨਾ ਹੈ ਉਹਦੇ ਬਾਰੇ ਉਹਨੂੰ ਸੋਚਣਾ ਪੈਂਦਾ। ਸੋ ਦੋਸਤੋ, ਜਿਹੜਾ ਵਰਕਸ਼ਾਪ ਹੈ, ਵਰਕਸ਼ਾਪ ਦਾ ਮੰਤਵ ਇਹ ਹੈ ਕਿ ਅਸੀਂ ਮਿੰਨੀ ਕਹਾਣੀ ਦਾ ਇੱਕ ਗੁਣਾਤਮਕ ਮਿਆਰ ਸਥਾਪਿਤ ਕਰ ਸਕੀਏ ਤੇ ਅਸੀਂ ਜਿਹੜੇ ਮਿੰਨੀ ਕਹਾਣੀ ਨੂੰ ਗੰਭੀਰ ਵਿਧਾ ਨਹੀਂ ਮੰਨਦੇ ਉਹਨਾਂ ਨੂੰ ਨੋਟਿਸ ਲੈਣ ਲਈ ਮਜਬੂਰ ਕਰ ਸਕੀਏ। ਇਹ ਤਾਂ ਹੀ ਹੋਊਗਾ ਜੇ ਚੰਗੀਆਂ ਮਿੰਨੀ ਕਹਾਣੀਆਂ ਅਸੀਂ ਦੇਵਾਂਗੇ ਤੇ ਚੰਗੀ ਮਿੰਨੀ ਕਹਾਣੀਆਂ ਤਾਂ ਹੀ ਪੈਦਾ ਹੋਣਗੀਆਂ ਜੇ ਜਿਹੜੀ ਇਹਨਾਂ ਤੇ ਆਲੋਚਨਾ ਹੈ, ਜਿਹੜੀ ਵਰਕਸ਼ਾਪ ਦਾ ਮਕਸਦ ਹੈ, ਜੇ ਉਸ ਨੂੰ ਅਸੀਂ ਸਹਿਜ ਰੂਪ 'ਚ ਰਹੀਏ। ਕੋਈ ਬੋਲਣ ਲੱਗਿਆ, ਕੋਈ ਆਲੋਚਕ ਬੋਲ ਰਿਹਾ, ਵਡੇਰ ਜੀ ਬੋਲਣਗੇ, ਉਹ ਜਦੋਂ ਮਿੰਨੀ ਕਹਾਣੀ ਅਸੀਂ ਪਾਠ ਕਰਦੇ ਹਾਂ ਤਾਂ ਸਾਡੇ ਦਿਮਾਗ 'ਚ ਲੇਖਕ ਨਹੀਂ ਹੁੰਦਾ, ਬਿਲਕੁਲ ਨਹੀਂ। ਸਾਨੂੰ ਮਤਲਬ ਬੇਸ਼ੱਕ ਮੇਰੇ ਨਾਲ ਆਇਆ ਹੋਵੇ, ਮੇਰਾ ਦੋਸਤ ਹੋਵੇ, ਉਹਦਾ ਸਾਡੇ ਦਿਮਾਗ 'ਚ ਇਕੱਲੀ ਮਿੰਨੀ ਕਹਾਣੀ ਹੁੰਦੀ ਹੈ ਤੇ ਸਾਡਾ ਆਲੋਚਕ ਦਾ ਇੱਕ ਫਰਜ਼ ਹੁੰਦਾ ਹੈ ਕਿ ਅਸੀਂ ਮਿੰਨੀ ਕਹਾਣੀ ਨੂੰ ਅਗਲੀ ਜਿਹੜੀ ਇਹਦੀ ਮਿੰਨੀ ਕਹਾਣੀ ਹੈ, ਕਈ ਵਾਰੀ ਸਾਡੇ ਬਹੁਤ ਸਮਰੱਥ ਜਿਨ੍ਹਾਂ ਦਾ ਸਾਹਿਤ ਮਿੰਨੀ ਕਹਾਣੀ ਦਾ ਬਹੁਤ ਵੱਡਾ ਨਾਂ ਹੈ, ਉਹ ਵੀ ਕਮਜ਼ੋਰ ਕਹਾਣੀਆਂ ਲਿਖ ਜਾਂਦੇ। ਉਹਨਾਂ ਨੂੰ ਅਸੀਂ ਇਹ ਚੇਤ ਕਰਨਾ ਹੈ ਕਿ ਨਹੀਂ, ਤੁਸੀਂ ਹੁਣ ਪਿੱਛੇ ਮੁੜ ਰਹੇ ਹੋ, ਤੁਸੀਂ ਤੁਹਾਡਾ ਜਿਹੜਾ ਪਹਿਲਾ ਮਿਆਰ ਸਥਾਪਿਤ ਹੋ ਚੁੱਕਾ ਹੈ ਉਹ ਇਸ ਤੋਂ ਵੱਧ ਹੈ। ਤੇ ਜਿਹੜੇ ਨਵੇਂ ਕਹਾਣੀਕਾਰਾਂ ਨੂੰ ਉਹ ਬਿਲਕੁਲ ਨਾ ਇਹ ਮਤਲਬ ਤੁਸੀਂ ਦਿਮਾਗ 'ਚ ਰੱਖਿਓ ਕਿ ਜੇ ਮੈਂ ਕੋਈ ਮਾੜੀ ਮੋਟੀ, ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਕਿ ਬੋਝ ਕੇ ਗੱਲ ਕਰਾਂ, ਪਰ ਫਿਰ ਵੀ ਜੇ ਕੋਈ ਮਾੜਾ ਮੋਟਾ ਹੋ ਜੇ, ਮਤਲਬ ਕਿ ਸੁਨਿਆਰ ਦੀ ਠੱਕ ਦੇ ਨਾਲ ਜੋ ਟੈਂਟ ਵੱਡਾ ਹੋਵੇ ਤਾਂ ਥੋੜਾ ਜਿਹਾ ਥੋੜਾ ਕਈ ਵਾਰ ਵਰਤਿਆ ਜਾਂਦਾ। ਇਸ ਕਰਕੇ ਜੇ ਥੋੜੀ ਜਿਹੀ ਵੀ ਕੋਈ ਸਖਤ ਟਿੱਪਣੀ ਹੋਵੇ ਤਾਂ ਇਹ ਨਾ ਸਮਝਿਓ ਕਿ ਮੇਰੀ ਕੋਈ ਤੁਹਾਡੇ ਨਾਲ ਕੋਈ ਲਾਗ ਡਾਟ ਹੈ ਜਾਂ ਮੈਂ ਤੁਹਾਡਾ ਸੈੱਟ ਕੱਦ ਘਟਾਉਣਾ ਚਾਹੁੰਦਾ। ਇਹਦੇ ਨਾਲ ਕੋਈ ਜਿਹੜਾ ਅਸੀਂ ਬੋਲਦੇ ਆ ਕੋਈ ਅੰਤਮ ਸੱਚ ਨਹੀਂ ਹੁੰਦਾ। ਸਾਡੇ 'ਚ ਵੀ ਸਾਡੀ ਆਪਣੀ ਸਮਝ ਹੈ, ਕਿਸੇ ਹੋਰ ਦੀ ਸਮਝ ਹੈ। ਜਿਹੜੀ ਮੈਨੂੰ ਮਿੰਨੀ ਕਹਾਣੀ ਮਾੜੀ ਲੱਗਦੀ ਹੈ, ਕਿਸੇ ਨੂੰ ਚੰਗੀ ਵੀ ਲੱਗ ਸਕਦੀ ਹੈ। ਇਸ ਕਰਕੇ ਆਪਾਂ ਮਤਲਬ ਇਸ ਲਿਹਾਜ਼ ਨਾਲ ਗੱਲ ਕਰਨੀ ਹੈ ਕਿ ਕੋਈ ਲੇਖਕ ਬੁਰਾ ਨਾ ਮੰਨੇ ਤੇ ਬਾਕੀ ਜਿਹੜਾ ਹੈ ਤੇ ਮਿੰਨੀ ਕਹਾਣੀ ਦਾ ਜਿਹੜਾ ਮਿਆਰ ਹੈ, ਜਿਹੜਾ ਸਾਡਾ ਮਕਸਦ ਹੈ, ਜਿਹਦੇ ਵਾਸਤੇ ਅਸੀਂ 32 ਸਾਲਾਂ ਤੋਂ ਦੀਪਤੀ ਜੀ ਦੀ ਅਗਵਾਈ 'ਚ ਤੁਰ ਰਹੇ ਹਾਂ, ਉਹ ਪੂਰਾ ਹੋ ਸਕੇ। ਤੇ ਪਹਿਲਾਂ ਮੈਂ ਆਪਣੀ ਗੱਲ
ਸਾਡੇ ਬਹੁਤ ਹੀ ਸਮਰੱਥ ਮੋਢੀ ਮਿੰਨੀ ਕਹਾਣੀਕਾਰ ਸੁਰਿੰਦਰ ਕੈਲੇ ਦੀ ਕਹਾਣੀ ਤੋਂ ਆਪਾਂ ਗੱਲ ਸ਼ੁਰੂ ਕਰੀਏ, ਕਿਉਂਕਿ ਇਹਨਾਂ ਦੀ ਮਿੰਨੀ ਕਹਾਣੀ ਸਾਡੇ ਲਈ ਇੱਕ ਮਾਪਦੰਡ ਹੈ ਕਿ ਮਿੰਨੀ ਕਹਾਣੀ ਕਿਹੋ ਜਿਹੀ ਹੁੰਦੀ ਹੈ। ਇਹਨਾਂ ਨੇ ਮਿੰਨੀ ਕਹਾਣੀ ਪੜ੍ਹੀ ਗੀਤਾ ਦਾ ਸਕੂਲ। ਦੋਸਤੋ, ਜਦੋਂ ਮੈਂ ਮਿੰਨੀ ਕਹਾਣੀ ਪੜ੍ਹ ਰਿਹਾ ਸੀ ਤਾਂ ਮੇਰੇ ਦਿਮਾਗ 'ਚ ਲਗਾਤਾਰ ਸੁਭਾਸ਼ ਨੀਰਵ ਦੀ ਕਹਾਣੀ, ਹਿੰਦੀ ਦੇ ਚੋਟੀ ਦੇ ਲੇਖਕ ਨੇ, ਤੁਸੀਂ ਸਾਰੇ ਜਾਣਦੇ ਹੋ, ਬਿਮਾਰ, ਉਹ ਘੁੰਮ ਰਹੀ ਸੀ। ਕਹਾਣੀ ਬਿਮਾਰ ਤੇ ਗੀਤਾ ਦਾ ਸਕੂਲ, ਇਹਦੀਆਂ ਸਥਿਤੀਆਂ ਬਿਲਕੁਲ ਮਿਲਦੀਆਂ ਨੇ। ਥੋੜਾ ਜਿਹਾ ਫਰਕ ਹੈ ਸਥਿਤੀਆਂ 'ਚ। ਉਹਦੇ 'ਚ ਵੀ ਇੱਕ ਬੱਚੀ ਦੀ ਮਨੋ ਸੰਵੇਦਨਾ ਬਣੀ ਗਈ ਹੈ ਤੇ ਇਸ 'ਚ ਵੀ ਇੱਕ ਬੱਚੀ ਦੀ ਮਨੋ ਸੰਵੇਦਨਾ ਬਣੀ ਗਈ ਹੈ। ਉਸ ਕਹਾਣੀ ਦਾ ਅੰਤਮ ਵਾਕ ਹੈ, ਮੰਮੀ ਮੈਂ ਬਿਮਾਰ ਕਬ ਹੂੰ। ਤੇ ਇਸ ਮਿੰਨੀ ਕਹਾਣੀ ਦਾ ਆਪਣਾ ਅੰਤਮ ਲਾਈਨ ਹੈ, ਮੰਮੀ ਮੈਂ ਸਕੂਲ ਕਬ ਜਾਊਂ। ਦੋਹੇ ਕਹਾਣੀਆਂ ਦੇਸ਼ ਦੀ ਉਸ ਵਿਵਸਥਾ ਤੇ ਗੰਭੀਰ ਕਟਾਕਸ਼ ਕਰਦੀਆਂ ਨੇ ਜਿਹੜੀਆਂ ਮਾਸੂਮ ਬੱਚਿਆਂ ਤੋਂ ਉਹਨਾਂ ਦਾ ਬਚਪਨ ਖੋ ਰਹੀਆਂ ਨੇ, ਉਹਨਾਂ ਦੇ ਹਾਸੇ ਖੋ ਰਹੀਆਂ ਨੇ, ਉਹਨਾਂ ਦੇ ਪੜ੍ਹਨ ਲਿਖਣ ਦੇ ਅਧਿਕਾਰ ਖੋ ਰਹੀਆਂ ਨੇ। ਤੇ ਇਸ ਤਰ੍ਹਾਂ ਜਿੰਨੀ ਸਫਲਤਾ ਨਾਲ ਨੀਰਵ ਨੇ ਦੇਸ਼ ਦੀ ਜਿਹੜੀ ਵਿਵਸਥਾ ਹੈ ਉਸ ਤੇ ਜੰਗ ਕੀਤਾ ਸੀ, ਸਰਕਾਰ ਕਹਿੰਦੀ ਹੈ ਕਿ ਅਸੀਂ ਹਰ ਬੱਚੇ ਨੂੰ ਮੁਫਤ ਵਿੱਦਿਆ ਦੇ ਰਹੇ ਹਾਂ, ਪਰ ਇਹ ਕਹਾਣੀ ਬੜਾ ਗੰਭੀਰ ਛੋਟੇ ਆਕਾਰ 'ਚ ਸਰਕਾਰ ਤੇ ਕਟਾਕਸ਼ ਕਰਦੀ ਹੈ ਕਿ ਤੁਹਾਡੀ ਮੁਫਤ ਵਿੱਦਿਆ ਦਾ ਸਾਨੂੰ ਕੀ ਲਾਭ, ਜਦੋਂ ਸਾਡੇ ਬੱਚੇ ਕੋਲ ਪੜ੍ਹਨ ਦੀ ਵਿਹਲ ਹੀ ਨਹੀਂ। ਉਸਨੇ ਬਚਪਨ ਤੇ ਅਜੇ ਪੜ੍ਹਾਈ ਤੋਂ ਬਗੈਰ ਇੰਨਾ ਬੋਝ ਲੱਦਿਆ ਪਰਿਵਾਰ ਦਾ, ਉਹਨੂੰ ਛੋਟੇ ਬੱਚਿਆਂ ਨੂੰ ਲੋਕਾਂ ਦੇ ਘਰਾਂ 'ਚ ਜਾ ਕੇ ਝਾੜੂ ਪੂਛੇ ਕਰਨੇ ਪੈਂਦੇ ਨੇ। ਤੁਹਾਡੀ ਸਾਡੀ ਵਿੱਦਿਆ ਸਾਡੇ ਕਿਸ ਕੰਮ। ਸੋ ਦੋਸਤੋ, ਕਿ ਜੇ ਬੱਚਿਆਂ ਦਾ ਜਿਹੜੀ ਵੱਧ ਅਧਿਕਾਰ ਦੇਣੇ ਹੈ, ਉਹਨਾਂ ਦਾ ਬਣਦਾ ਅਧਿਕਾਰ ਦੇਣਾ ਹੈ, ਤਾਂ ਇਸ ਵਿਵਸਥਾ ਨੂੰ ਬਦਲੇ ਜਾਣ ਦੀ ਲੋੜ ਹੈ। ਇਸ ਵਿਵਸਥਾ ਦੇ ਹੁੰਦਿਆਂ ਜਿਹੜੇ ਬਹੁਤ ਇਹਨੇ ਅਧਿਕਾਰ ਦਿੱਤੇ ਸੰਵਿਧਾਨ ਨੇ, ਨਾ ਔਰਤ ਉਹਨਾਂ ਨੂੰ ਅਧਿਕਾਰਾਂ ਨੂੰ ਮੰਨ ਰਹੀ ਹੈ, ਨਾ ਸਾਡੇ ਬੱਚੇ ਮੰਨ ਰਹੇ ਨੇ, ਤੇ ਨਾ ਗਰੀਬ ਲੋਕ ਮੰਨ ਰਿਹਾ ਹੈ। ਸੋ ਵਿਵਸਥਾ ਤੇ ਬੜਾ ਸੋਹਣਾ ਵਿਅੰਗ ਕਰਦੀ ਹੈ ਤੇ ਇਸ ਕਰਕੇ ਮੈਂ ਇਸ ਨੂੰ ਮਾਡਲ ਕਹਾਣੀ ਵਜੋਂ ਮੰਨ ਲੈਣਾ। ਦਰਸ਼ਕ ਆਪਣਾ ਮੰਡਾਇਮ ਮੰਡੇਰ ਜੀ, ਇਹ ਵੀ ਸਾਡੇ ਬਹੁਤ ਸਮਰੱਥ ਮਿੰਨੀ ਕਹਾਣੀਕਾਰ ਨੇ, ਪਰ ਜਿਹੜੀ ਮਿੰਨੀ ਕਹਾਣੀ ਮੈਨੂੰ ਭੇਜੀ ਗਈ ਸੀ ਉਹ ਪਤਾ ਨਹੀਂ ਇਹਨਾਂ ਨੇ ਕਿਉਂ ਬਦਲ ਦਿੱਤੀ। ਕਹਾਣੀ ਉਹ ਵੀ ਬੜੀ ਵਧੀਆ ਸੀ ਤੇ ਕਹਾਣੀ ਇਹ ਵੀ ਮੈਨੂੰ ਬੜੀ ਚੰਗੀ ਲੱਗੀ ਹੈ, ਮੈਂ ਹੁਣ ਸੁਣੀ ਹੈ। ਦੋਸਤੋ, ਇਹ ਕਹਾਣੀ ਇੱਕ ਬੜੇ ਸਥਾਪਿਤ ਬਿੰਬ ਨੂੰ ਤੋੜਦੀ ਹੈ। ਸਾਹਿਤ ਦਾ ਮਕਸਦ ਨਵੇਂ ਬਿੰਬ ਸਥਾਪਿਤ ਕਰਨਾ, ਨਵੀਆਂ ਮਾਨਤਾਵਾਂ ਸਥਾਪਿਤ ਕਰਨਾ ਹੁੰਦਾ ਹੈ, ਤੇ ਜਿਹੜੀਆਂ ਉਹਨੂੰ ਚੰਗੀਆਂ ਨਹੀਂ ਲੱਗਦੀਆਂ ਸਾਹਿਤਕਾਰ ਨੂੰ, ਉਹਨੂੰ ਤੋੜਨਾ ਵੀ ਹੁੰਦਾ। ਕਹਾਣੀ ਇੱਕ ਮਾਨਤਾ ਇਹ ਸਥਾਪਿਤ ਕਰਦੀ ਹੈ ਕਿ ਨੇਕੀ ਤੇ ਚੰਗਿਆਈ ਹਰ ਕਾਲ ਤੇ ਹਰ ਕਾਲ 'ਚ ਜਿਉਂਦੀ ਰਹਿੰਦੀ ਹੈ। ਘੱਟ ਵੱਧ ਰੂਪ ਉਹਦਾ ਹੋ ਸਕਦਾ ਹੈ, ਹਾਲਾਤਾਂ 'ਚ ਮਨੁੱਖ ਦੀ ਸੰਵੇਦਨਾ ਮੂਰਛਿਤ ਹੋ ਜਾਂਦੀ ਹੈ, ਪਰ ਮਰਦੀ ਕਦੇ ਨਹੀਂ, ਇਨਸਾਨੀਅਤ ਜਿਉਂਦੀ ਰਹਿੰਦੀ ਹੈ। ਜਿਹੜਾ ਸਾਡਾ ਮਿੰਨੀ ਕਹਾਣੀ ਸਾਹਿਤ ਹੈ, ਮੇਰੇ ਖਿਆਲ 'ਚ ਇਸ ਗੱਲ ਵੱਲ ਵੱਧ ਸਿੱਧਤ ਹੈ ਕਿ ਮਾਨਵਤਾ ਤਾਂ ਬਿਲਕੁਲ ਮਰ ਗਈ। ਹੁਣ ਤਾਂ ਕੋਈ ਇਹਦਾ ਇਲਾਜ ਹੀ ਨਹੀਂ, ਹੁਣ ਤਾਂ ਸਮਾਜ ਬਿਲਕੁਲ ਗਰਕ ਗਿਆ। ਪਰ ਮੇਰੇ ਖਿਆਲ 'ਚ ਜੇ ਸਮਾਜ 'ਚ ਜਿਹੜਾ ਕੋਈ ਚੰਗਾ ਹੋ ਰਿਹਾ, ਉਹਨਾਂ ਨੂੰ ਜਿੰਨਾ ਚਿਰ ਅਸੀਂ ਉਹਨੂੰ ਥਾਪੜਾ ਨਹੀਂ ਦਿੰਦੇ, ਜਿੰਨਾ ਚਿਰ ਉਹਨੂੰ ਉਤਸ਼ਾਹਿਤ ਨਹੀਂ ਕਰਦੇ, ਤਾਂ ਉਹਨਾਂ ਚਿਰ ਗੱਲ ਸਾਡੀ ਬਣਦੀ ਨਹੀਂ। ਸੋ ਜੋ ਮਾੜਾ ਹੈ ਉਹਨੂੰ ਨਿੰਦੋ ਤੇ ਜੋ ਚੰਗਾ ਹੈ ਉਹਨੂੰ ਉਤਸ਼ਾਹਿਤ ਕਰੋ। ਥਾਣੇਦਾਰ ਹੈ, ਪੁਲਿਸ ਦਾ ਜਿਹੜਾ ਬਿੰਬ ਹੈ, ਸਾਡੇ
ਮਨਾਂ 'ਚ ਕਿ 95-99% ਜਿਹੜੇ ਪੁਲਿਸ ਵਾਲੇ ਹੈ ਉਹ ਇਸ ਜਿਹੜਾ ਢਾਂਚਾ ਹੈ ਉਹ ਢਾਏ ਹੋਏ ਹੈ ਤੇ ਇਸ ਤੋਂ ਸਾਨੂੰ ਉਮੀਦ ਨਹੀਂ ਹੁੰਦੀ ਕਿ ਚੰਗਾ ਕੰਮ ਕਰੂਗਾ। ਪਰ ਪੁਲਿਸ 'ਚ ਵੀ ਮਾਨਵਤਾ ਕਦੇ ਨਹੀਂ ਮਰਦੀ, ਕਿਸੇ ਨਾ ਕਿਸੇ ਪੜਾਅ ਤੇ ਉਹਦੇ ਜਿਉਂਦੀ ਰਹਿੰਦੀ ਹੈ। ਜੇ ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰੀਏ, ਜੇ ਅਸੀਂ ਇੱਕ ਥਾਣੇਦਾਰ ਰਿਸ਼ਵਤ ਨਹੀਂ ਲੈਂਦਾ, ਉਹਨੂੰ ਕਹੀਏ ਵੀ ਮਤਲਬ ਉਹਦੀ 2 ਥਾਂ ਤੇ ਵਿੜਾਈ ਕਰੀਏ, ਉਹ ਤੀਜੀ ਥਾਂ ਤੋਂ ਲੈਣੋਂ ਹਟ ਜੂਗਾ, ਅਸਰ ਪੈਂਦਾ। ਸੋ ਇੱਕ ਥਾਣੇਦਾਰ ਹੈ, ਸਿਪਾਹੀ ਨਹੀਂ ਸਮਝਦਾ, ਥਾਣੇਦਾਰ ਉਸ ਦੀ ਮਜ਼ਦੂਰ ਦੀ ਵੇਦਨਾ ਸਮਝਦਾ ਹੈ ਤੇ ਇਸ ਵੇਦਨਾ ਨੂੰ ਸਮਝਦਿਆਂ ਉਹ ਉਸ ਨੂੰ ਰੋਟੀ ਜਾਂ ਜਿਹੜੇ ਖੁਰਾਕ ਉਹਦੇ ਕੋਲੇ ਹੈ ਮਜ਼ਦੂਰ ਨੂੰ ਦਿੰਦਾ ਹੈ ਤੇ ਇਸ ਉਸ ਦੀ ਸਮਝਣ ਦੀ ਪ੍ਰਕਿਰਿਆ ਦਾ ਅਸਰ ਸਿਪਾਹੀ ਤੇ ਵੀ ਪੈਂਦਾ। ਸੋ ਸਾਡੀ ਜਿਹੜੀ ਮਾਨਵੀ ਸੰਵੇਦਨਾ ਹੈ ਜੇ ਅਸੀਂ ਵਿਖਾਉਂਦੇ ਹਾਂ, ਇਹਦੇ ਆਲੇ ਦੁਆਲੇ 'ਚ ਵੀ ਅਸਰ ਫੈਲਦਾ ਹੈ ਤੇ ਮੇਰੇ ਖਿਆਲ 'ਚ ਇਹ ਵੀ ਇੱਕ ਵਧੀਆ ਕਹਾਣੀ ਹੈ। ਮੈਂ ਮਡੇਲ ਜੀ ਨੂੰ ਮੁਬਾਰਕਬਾਦ ਦੇਣਾ ਇਸ ਕਹਾਣੀ ਬਾਰੇ। ਸਾਡਾ ਦਰਸ਼ਨ ਬਰੇਟਾ ਇਹ ਬਹੁਤ ਸਾਡਾ ਸਮਰੱਥ ਕਹਾਣੀਕਾਰ ਹੈ, ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਜੁੜਿਆ ਰਿਹਾ ਹੈ। ਇਸ ਦੀ ਕਹਾਣੀ ਅਮਲਾ ਬਾਜੂ, ਇਹ ਕਹਾਣੀ ਪਰਿਵਾਰਿਕ ਲੜਾਈ ਝਗੜਿਆਂ ਦੇ ਕਾਰਨ ਵੀ ਤਲਾਸ਼ਦੀ ਹੈ ਤੇ ਇਹਨਾਂ ਝਗੜਿਆਂ ਦੇ ਜਿਹੜਾ ਹੱਲ ਹੈ ਜਾਂ ਨਿਵਾਰਨ ਉਹਦੇ ਵੱਲ ਵੀ ਸਾਡਾ ਧਿਆਨ ਦਿੰਦੀ ਹੈ ਕਿ ਇਸ ਢੰਗ ਨਾਲ ਇਹ ਝਗੜੇ ਖਤਮ ਕੀਤੇ ਜਾ ਸਕਦੇ ਨੇ। ਪਰਿਵਾਰਕ ਲੜਾਈ ਹਮੇਸ਼ਾ ਸੱਤਾ ਨੂੰ ਲੈ ਕੇ, ਪਰਿਵਾਰ 'ਚ ਵੀ ਇੱਕ ਸੱਤਾ ਹੈ, ਘਰ ਦਾ ਮੁਖੀ ਦੀ ਸੱਤਾ ਉਹਦੀ ਸਭ ਤੋਂ ਵੱਡੀ ਹੁੰਦੀ ਹੈ ਤੇ ਨੂੰਹ ਤੇ ਸੱਸ ਅਕਸਰ ਪਰਿਵਾਰਕ ਸੱਤਾ ਵਾਸਤੇ ਲੜਦੀਆਂ ਝਗੜਦੀਆਂ। ਇਸ ਕਹਾਣੀ 'ਚ ਸੱਸ ਹਰ ਹਾਲ 'ਚ ਆਪਣੀ ਸੱਤਾ ਬਰਕਰਾਰ ਰੱਖਣੀ ਚਾਹੁੰਦੀ ਹੈ ਤੇ ਇਸ ਲਈ ਉਹ ਨੂੰਹ ਤੇ ਜ਼ਬਰ ਜ਼ੁਲਮ ਕਲਮ ਦਾ ਜਾਂ ਉਸ ਨੂੰ ਬਿਨਾਂ ਮਤਲਬ ਦਬਾਉਣ ਦਾ ਜਿਹੜਾ ਰਵਾਇਤੀ ਢੰਗ ਹੈ ਸੱਸਾਂ ਦਾ ਉਹ ਅਪਣਾਉਂਦੀ ਹੈ। ਲੇਖਕ ਨਹੀਂ ਚਾਹੁੰਦਾ ਕਿ ਦੋਹੇ ਤਰ੍ਹਾਂ ਟਕਰਾਵ, ਕਿਉਂਕਿ ਕਈ ਵਾਰੀ ਟਕਰਾ ਸਥਿਤੀ ਨੂੰ ਹੋਰ ਵਿਗਾੜ ਦਿੰਦਾ ਹੈ। ਇਸ ਕਰਕੇ ਉਹ ਆਪਣੀ ਸਿਰਜਣਾਤਮਕ ਦਖਲ-ਅੰਦਾਜ਼ੀ ਕਰਦਾ ਹੈ ਸਥਿਤੀ 'ਚ ਤੇ ਮੇਰੇ ਖਿਆਲ 'ਚ ਸਾਡੇ ਲੇਖਕਾਂ ਦਾ ਫਰਜ਼ ਹੈ ਕਿ ਜਿਹੜੀਆਂ ਮਾੜੀਆਂ ਸਥਿਤੀਆਂ ਹੈ ਉਹਦੇ 'ਚ ਅਸੀਂ ਸਿਰਜਣਾਤਮਕ ਦਖਲ-ਅੰਦਾਜ਼ੀ ਕਰੀਏ। ਜਿਹੜਾ ਘਰੇ ਪ੍ਰਾਹੁਣਾ ਹੁੰਦਾ ਉਹ ਲੇਖਕ ਰਾਹੀਂ ਲੇਖਕ ਦੀ ਸੋਚ ਨੂੰ ਅੱਗੇ ਲੈ ਕੇ ਸੱਸ ਦੇ ਅੰਦਰ ਇਹ ਗੱਲ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜੇ ਕੱਲ ਨੂੰ ਤੂੰ ਇਹਨਾਂ ਇਹ ਤੇ ਜ਼ਬਰ ਕਰਦੀ ਹੈ, ਇਹਨੂੰ ਕੁਝ ਹੋ ਗਿਆ, ਇਹਨੇ ਤਾਂ ਮਰ ਜਾਣਾ ਹੈ ਤੇ ਬਚਦੇ ਤੁਸੀਂ ਵੀ ਨਹੀਂ, ਤੇ ਇਸ ਦਾ ਅਸਰ ਸੱਸ ਤੇ ਹੁੰਦਾ ਹੈ ਤੇ ਉਹ ਨੂੰਹ ਦੇ ਚਰਨਾਂ 'ਚ ਪੈ ਜਾਂਦੀ। ਕਹਾਣੀ ਬਹੁਤ ਵਧੀਆ ਹੈ ਪਰ ਇੱਕ ਸੁਝਾਅ ਦੇ ਤੌਰ ਤੇ, ਮੈਂ ਇਹ ਨਹੀਂ ਕਹਿੰਦਾ ਮਤਲਬ ਹੈ ਵੀ ਤੁਸੀਂ ਮੰਨੋ, ਇੱਕ ਸੁਝਾਅ ਦੇ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਜਦੋਂ ਸੱਸ ਨੂੰਹ ਦੇ ਪੈਰੀ ਪੈਂਦੀ ਹੈ ਤਾਂ ਕਹਾਣੀ ਥੋੜੀ ਜਿਹੀ ਮੈਨੂੰ ਨਾਟਕੀ ਜਿਹੀ ਬਣ ਜਾਂਦੀ। ਇੱਕਦਮ ਚੇਂਜ ਮਤਲਬ ਇੱਕ ਬੜੀ ਜਾਬਰ ਔਰਤ ਇੱਕਦਮ ਢਲ ਜੇ, ਉੱਥੇ ਮੈਨੂੰ ਥੋੜੀ ਜਿਹੀ ਨਾਟਕੀ ਬਣਦੀ ਹੈ ਤੇ ਮੈਂ ਚਾਹੁੰਦਾ ਕਿ ਤੁਸੀਂ ਥੋੜਾ ਜਿਹਾ ਇਸ ਨੂੰ ਸਹਿਜ ਤੇ ਸੁਭਾਵਿਕ ਬਣਾਉਣ ਲਈ ਜਿਹੜੀ ਹੈ ਸੱਸ ਨੂੰ ਵੱਲੋਂ ਕੇਵਲ ਨੂੰਹ ਕੋਲ ਬਹਾ ਕੇ ਉਹਦਾ ਸਿਰ ਪਲੂਸ ਲਿਓ, ਉਹਨੂੰ ਇਕੱਠਿਆਂ ਬੈਠ ਕੇ ਉਹਦੇ ਨਾਲ ਚਾਹ ਪੀ ਲਓ। ਇਹਨੇ ਜੀ ਤੁਹਾਡਾ ਸੰਦੇਸ਼ ਬੜੀ ਚੰਗੀ ਤਰ੍ਹਾਂ ਵਗਜੂ। ਤੇ ਇੱਕ ਛੋਟਾ ਜਿਹਾ ਹੋਰ ਸੁਝਾਅ ਕਿ ਜਿਹੜਾ ਪ੍ਰਾਹੁਣਾ ਹੈ ਉਹ ਨੂੰਹ ਵੱਲ ਕਿਉਂ ਝੁਕਦਾ ਹੈ, ਇਹਦੇ ਵਾਸਤੇ ਜਿਹੜਾ ਉਹਦਾ ਰਿਸ਼ਤਾ ਜਿਹੜਾ ਉਹ ਪ੍ਰਾਹੁਣੇ ਵੱਲੋਂ ਲਿਆਂਦਾ ਬਾਹਰ। ਬਸ ਕਹਾਣੀ ਤੁਹਾਡੀ ਬਹੁਤ ਵਧੀਆ, ਇੱਕ ਥੋੜੇ ਜਿਹੇ ਛੋਟੇ ਸੁਝਾਅ ਉਹ ਤੁਹਾਡੀ ਮਰਜ਼ੀ ਹੈ। ਤੇ ਬਾਕੀ 2 ਕਹਾਣੀਆਂ ਆ ਮੇਰੀਆਂ 2 ਭੈਣਾਂ ਬੈਠੀਆਂ ਇੱਕੋ ਨਾਂ ਦੀਆਂ, ਜੱਟ ਦੀ ਜੂ, ਇੱਕ ਸਾਡੇ ਬਠਿੰਡੇ ਦੀ ਭੈਣ ਰਾਜਦੇਵ ਸਿੱਧੂ ਤੇ ਇੱਕ ਸੁਰਿੰਦਰ ਗੀਤ, ਇਹਨਾਂ ਨੇ ਪੜ੍ਹੀਆਂ। ਮੈਂ 2 ਕਹਾਣੀਆਂ ਬਾਰੇ, ਵਿਸ਼ਾ ਇੱਕੋ ਹੈ, ਨਾਂ ਇੱਕੋ ਹੈ,
ਇਕੱਠੀਆਂ ਬੈਠੀਆਂ, ਇਸ ਕਰਕੇ ਮੈਂ ਇਕੱਠੀ ਗੱਲ ਕਰ। ਦੋਸਤੋ, ਜੱਟ ਦੀ ਜੂਨ ਜਿਹੜੀਆਂ ਕਹਾਣੀਆਂ ਇਹਦੇ ਚ ਸਥਿਤੀਆਂ ਬਿਲਕੁਲ ਮਿਲਦੀਆਂ ਜੁਲਦੀਆਂ ਨੇ। ਜੱਟ ਖੁਦਕੁਸ਼ੀ ਵੱਲ ਕਿਉਂ ਵੱਧਦਾ ਹੈ, ਇਹਦੇ ਕਾਰਨਾਂ ਵੱਲ ਦੋਹੇ ਲੇਖਕਾਂ ਨੇ ਬੜੀ ਬਰੀਕਬੀਨੀ ਨਾਲ ਯਥਾਰਥ ਨੂੰ ਉਲੀਕਿਆ ਹੈ। ਤੇ ਪਰ ਦੋਹੇ ਕਹਾਣੀਆਂ ਲੇਖਕੀ ਦ੍ਰਿਸ਼ਟੀਕੋਣ ਚ ਫਰਕ। ਰਾਜਦੇਵ ਸਿੱਧੂ ਨੂੰ ਜੱਟ ਨਾਲ ਹਮਦਰਦੀ ਹੈ, ਕਿਸਾਨ ਨਾਲ ਹਮਦਰਦੀ ਹੈ, ਇਸ ਕਰਕੇ ਉਹ ਕਿਸਾਨ ਦੇ ਹੱਕ ਚ ਲਿਖਦੀ ਹੈ ਤੇ ਚਾਹੁੰਦੀ ਹੈ ਕਿ ਇਹ ਵਿਵਸਥਾ ਬਦਲੇ। ਪਰ ਜਿਵੇਂ ਮੈਂ ਗੱਲ ਕੀਤੀ ਸੀ ਸਿਰਜਣਾਤਮਕ ਦਖਲਅੰਦਾਜ਼ੀ ਦੀ, ਉਹਦੇ ਚ ਥੋੜਾ ਜਿਹਾ ਫਰਕ ਪੈ ਜਾਂਦਾ ਹੈ। ਇਸ ਬੀਬੀ ਦੀ ਕਹਾਣੀ ਵਿਚਲਾ ਜੱਟ ਖੁਦਕੁਸ਼ੀ ਕਰ ਲੈਂਦਾ, ਯਥਾਰਥ ਨੂੰ ਬਦਲਣ ਦੀ ਇਸ ਚੇਸ਼ਟਾ ਨਹੀਂ, ਹਮਦਰਦੀ ਹੈ, ਪੂਰੀ ਹਮਦਰਦੀ ਹੈ। ਪਰ ਸੁਰਿੰਦਰ ਗੀਤ ਦੀ ਜਿਹੜੀ ਕਹਾਣੀ ਹੈ ਇਹਦੇ ਚ ਲੇਖਕਾਂ ਦੀ ਸਿਰਜਣਾਤਮਕ ਦਖਲਅੰਦਾਜ਼ੀ ਹੈ। ਉਸ ਦੀ ਧੀ ਰਾਹੀਂ ਉਹ ਕਹਾਉਂਦੀ ਹੈ ਕਿ ਜੱਟ ਨੂੰ ਤਾਂ ਹਮੇਸ਼ਾ ਹੀ ਸੰਘਰਸ਼ ਕਰਨੇ ਪੈਂਦੇ ਨੇ, ਇਹ ਤਾਂ ਸੰਘਰਸ਼ਾਂ ਤੋਂ ਜੰਮਿਆ ਹੈ, ਇਸ ਕਰਕੇ ਆਤਮ ਹੱਤਿਆ ਤੇਰੇ ਲਈ ਠੀਕ ਰਾਣੀ। ਤੇ ਬਾਪੂ ਉਸ ਦੀ ਗੱਲ ਮੰਨ ਕੇ ਨਵੇਂ ਸੰਘਰਸ਼ੀ ਊਰਜਾ ਨਾਲ ਭਰ ਕੇ ਅਗਲੇ ਸੰਘਰਸ਼ ਲਈ ਤਿਆਰ ਹੋ ਜਾਂਦਾ ਹੈ। ਇਹ ਕਹਾਣੀ ਦੀ ਪ੍ਰਾਪਤੀ ਹੈ। ਕਹਾਣੀ ਦੋਹੇ ਵਧੀਆ ਹੈ, ਪਰ ਥੋੜਾ ਜਿਹਾ ਸੁਝਾਅ ਦੇ ਤੌਰ ਤੇ ਕਿ ਸਾਨੂੰ ਸਾਹਿਤ ਦਾ ਜਿਹੜਾ ਮੰਤਵ ਹੈ ਉਹ ਪਾਠਕਾਂ ਨੂੰ ਨਿਰਾਸ਼ ਕਰਨਾ ਨਹੀਂ। ਨਿਰਾਸ਼ ਪਾਠਕਾਂ ਨੂੰ, ਨਿਰਾਸ਼ ਤਾਂ ਅਸੀਂ ਸਾਰੇ ਹੈਗੇ ਹੀ ਹੈ, ਸਥਿਤੀਆਂ ਇਹੋ ਜਿਹੀਆਂ ਹੈ ਕਿ ਅਸੀਂ ਸਾਰੀ ਨਿਰਾਸ਼ ਹੈ, ਸੜਕਾਂ ਤੇ ਬੈਠੇ ਹੈ। ਇਸ ਨਿਰਾਸ਼ ਸਥਿਤੀ ਚ ਥੋੜੀ ਜਿਹੀ ਆਸ਼ਾ ਦੀ ਕਿਰਨ ਵਿਖਾਉਣਾ ਇਹ ਸਾਡਾ ਲੇਖਕਾਂ ਦਾ ਫਰਜ਼ ਹੈ। ਤੇ ਮੇਰੇ ਖਿਆਲ ਚ ਇਹਨਾਂ ਦੋਹਾਂ ਕੁੜੀਆਂ ਨੇ ਇਹ ਫਰਜ਼ ਬੜੀ ਗੰਭੀਰਤਾ ਨਾਲ ਨਿਭਾਇਆ। ਕਿਸਾਨੀ ਵਿਸ਼ੇ ਨਾਲ ਸੰਬੰਧਿਤ ਹੈ ਕਹਾਣੀ ਸਾਡੇ ਘਲੂੜੀਆ ਸਾਹਿਬ ਦੀ, ਬੜੇ ਪੁਰਾਣੇ ਕਹਾਣੀਕਾਰ ਨੇ। ਕਹਾਣੀ ਦਾ ਨਾਮ ਹੈ ਫਿਕਰਮੰਦੀ। ਇਸ ਕਹਾਣੀ ਚ ਇੱਕ ਨਹੀਂ ਦੋ ਫਿਕਰਮੰਦੀਆਂ, ਇੱਕ ਅਵਾਰਾ ਪਸ਼ੂਆਂ ਰਾਹੀਂ ਕਿਸਾਨਾਂ ਦੀ ਫਸਲਾਂ ਦਾ ਉਜਾੜਾ ਕੀਤਾ ਜਾਂਦਾ ਹੈ, ਦੂਸਰਾ ਕਾਰਪੋਰੇਟ ਜਗਤ ਜਿਹੜੀ ਅੱਜ ਸਥਿਤੀ ਚੱਲ ਰਹੀ ਹੈ, ਸੜਕਾਂ ਤੇ ਬੈਠੇ ਹੈ, ਉਹ ਕਿਸ ਤਰ੍ਹਾਂ ਜ਼ਮੀਨਾਂ ਜੱਟਾਂ ਦੀਆਂ ਨਿਗਲ ਰਿਹਾ ਹੈ, ਉਹਨਾਂ ਨੂੰ ਭੋਏ ਮਾਲਕ ਤੋਂ ਭੋਏ ਮਜ਼ਦੂਰ ਬਣਾਉਣ ਦੀ ਨੀਤ ਰੱਖਦਾ ਹੈ। ਸੋ ਦੋਹੇ ਫਿਕਰਮੰਦੀਆਂ ਤੇ ਇਹਨਾਂ ਨੇ ਨਜ਼ਰਸਾਨੀ ਕੀਤੀ ਹੈ। ਤੇ ਇਹਨਾਂ ਦਾ ਤੁਲਨਾਤਮਕ ਜਦੋਂ ਮੁਕਾਬਲਾ ਕੀਤਾ ਹੈ ਤਾਂ ਇਹਨਾਂ ਨੇ ਜਿਹੜੀ ਦੂਸਰੀ ਫਿਕਰਮੰਦੀ ਹੈ ਕਿ ਕਾਰਪੋਰੇਟ ਜਗਤ ਦੇ ਜਿਹੜੇ ਖਤਰੇ ਹੈ ਕਿਸਾਨੀ ਨੂੰ, ਉਸ ਨੂੰ ਅਹਿਮੀਅਤ ਦਿੱਤੀ। ਇਹ ਹੋਣੀ ਵੀ ਚਾਹੀਦੀ ਹੈ। ਇਹਨਾਂ ਦਾ ਵਿਸ਼ਲੇਸ਼ਣ ਠੀਕ ਹੈ, ਪਰ ਮੈਂ ਸਮਝਦਾ ਕਿ ਜਿਹੜੀ ਪਹਿਲੀ ਫਿਕਰਮੰਦੀ ਹੈ, ਇਸ ਲਈ ਵੀ ਵਿਵਸਥਾ, ਇਸ ਲਈ ਵੀ ਸਰਕਾਰਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਨੇ। ਆਹ 2 ਮਹੀਨਿਆਂ ਤੋਂ ਸੜਕਾਂ ਤੇ ਬੈਠੇ ਨੇ ਜੱਟ ਕਿਸਾਨ। ਇਸ ਤੋਂ ਪਹਿਲਾਂ ਇਹ ਬਹੁਤ ਵੱਡੀ ਫਿਕਰਮੰਦੀ ਸੀ ਜੱਟ ਕਿਸਾਨਾਂ ਲਈ। ਸਾਡੇ ਮਾਨਸਾ ਦੇ ਵਾਸਤੇ ਕਈ ਧਰਨੇ ਲੱਗ ਚੁੱਕੇ ਹੈ ਤੇ ਬਹੁਤ ਉਜਾਰਾ ਹੋਇਆ ਹੈ। ਇਸ ਨੂੰ ਅਸੀਂ ਇੰਨੀ ਗੱਲ ਕਰਕੇ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਸਮੱਸਿਆ ਦੇ ਨਿਵਾਰਨ ਦੀ। ਕਿ ਕੋਈ ਨਹੀਂ, ਜੇ ਪਸ਼ੂਆਂ ਦੇ ਖਾਧਿਆਂ ਨਾਲ ਅੰਨ ਨਹੀਂ ਮੁੱਕਦਾ। ਦੋਸਤੋ, ਕਿਸਾਨੀ ਬੜੀ ਆਰਥਿਕ ਸੰਕਟ ਤੋਂ ਗੁਜ਼ਰ ਰਹੀ ਹੈ, ਇਸ ਕਰਕੇ ਕੁਛ ਨਾ ਕੁਝ ਫਰਕ ਦੂਜੀ ਸਮੱਸਿਆ ਨਾਲ ਵੀ ਪੈਂਦਾ ਹੈ। ਇਸ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਮੇਰਾ ਛੋਟਾ ਵੀਰ ਹੈ ਸੁਦਰਸ਼ਨ ਗਰਗ, ਇਸ ਦੀ ਕਹਾਣੀ ਹੈ ਕਹਿਣੀ ਤੇ ਕਰਨੀ। ਦੋਸਤੋ, ਮੈਨੂੰ ਇਹ ਲੱਗਦਾ ਹੈ ਕਿ ਸੁਦਰਸ਼ਨ ਗਰਗ ਜਿਹੜੀ 1980 ਤੋਂ 90 ਦੇ ਦਰਮਿਆਨ ਲਿਖੀ ਜਾ ਰਹੀ ਕਹਾਣੀ, ਉਹਨੂੰ ਵਿਰਾਸਤੀ ਉਹਦੇ ਨਾਲ ਮੋਹ ਰੱਖਦਾ।
ਇਹੋ ਜਿਹੀ ਕਹਾਣੀ ਅਸੀਂ ਉਸ ਦੌਰ 'ਚ ਪੜ੍ਹਦੇ ਸੀ। ਇਹਨੂੰ ਅਸੀਂ ਫਾਰਮੂਲਾ ਟਾਈਪ ਕਹਾਣੀ ਕਹਿੰਦੇ ਹੁੰਦੇ ਸੀ ਕਿ ਦੋ ਸਥਿਤੀਆਂ ਸਿਰਜ ਲਓ, ਉਹਨਾਂ ਦਾ ਤੁਲਨਾਤਮਕ ਮੁਕਾਬਲਾ ਕਰ ਦਿਓ। ਇੱਕ ਥਾਂ ਤੇ ਭਾਸ਼ਣ ਕਰਦਾ ਵਿਖਾ ਦਿਓ, ਦੂਜੀ ਥਾਂ ਤੇ ਦਾਜ ਲੈਂਦਾ ਵਿਖਾ ਦਿਓ। ਇੱਕ ਥਾਂ ਤੇ ਰਿਸ਼ਵਤ ਦੇ ਖਿਲਾਫ ਬੋਲਦਾ ਵਿਖਾ ਦਿਓ ਤੇ ਮੇਜ਼ ਥੱਲੋਂ ਰਿਸ਼ਵਤ ਲੈਂਦਾ ਵਿਖਾ ਦਿਓ। ਬੜਾ ਸੌਖਾ ਤੇ ਸਰਲ ਢੰਗ ਸੀ ਉਦੋਂ ਮਿੰਨੀ ਕਹਾਣੀ ਦਾ ਮੁੱਢਲਾ ਪੜਾਅ ਸੀ। ਪਰ ਹੁਣ ਜਿਹੜੀ ਮਿੰਨੀ ਕਹਾਣੀ ਹੈ ਬਹੁਤ ਵੱਲ ਪਰਤੀ ਹੈ। ਇਸੇ ਕਰਕੇ ਹੀ ਜੇ ਹੁਣ ਇਸ ਦਾ ਨੋਟਿਸ ਲਿਆ ਜਾਣ ਲੱਗ ਪਿਆ ਪਿਛਲੇ ਸਮੇਂ 'ਚ, ਤਾਂ ਇਸ ਨੇ ਮਨੁੱਖ ਦੀਆਂ ਮਨੋਵਿਗਿਆਨਕ ਪਰਤਾਂ, ਮਨੁੱਖ ਦੀ ਮਨੋਵਿਗਿਆਨਕ ਜਟਲਤਾ ਨੂੰ ਜਿਹੜਾ ਫੜਿਆ ਹੈ, ਇਸ ਕਰਕੇ ਮਿੰਨੀ ਕਹਾਣੀ ਦਾ ਮੁੱਲ ਪਿਆ ਹੈ। ਸੋ ਕਹਾਣੀ ਵਿਸ਼ੇ ਪੱਖੋਂ ਬਹੁਤ ਅਹਿਮ ਵਿਸ਼ਾ ਹੈ, ਇਹਦੇ ਬਾਰੇ ਬੋਲਣਾ ਚਾਹੀਦਾ ਹੈ। ਪਰ ਇਹਦੀਆਂ ਜਿਹੜੀਆਂ ਹੁਣ ਜੁਗਤਾਂ ਹੈ, ਇਹਦੇ ਵੱਲ ਥੋੜਾ ਜਿਹਾ ਸਾਨੂੰ ਵੱਧ ਧਿਆਨ ਦੇਣ ਦੀ ਲੋੜ ਹੈ। ਸੋ ਨਾਂ ਕਹਿਣੀ ਤੇ ਕਹਾਣੀ ਕਰਨੀ ਦਾ ਜਿਹੜਾ ਨਾਂ ਹੈ, ਉਹ ਵੀ ਮੇਰੇ ਖਿਆਲ 'ਚ ਸਾਰਾ ਕੁਝ ਪਹਿਲਾਂ ਹੀ ਸਪਸ਼ਟ ਕਰ ਦਿੰਦਾ ਹੈ ਵੀ ਕਹਿਣੀ ਤੇ ਕਰਨੀ ਦਾ ਫਰਕ ਵਿਖਾਊਗਾ ਲੇਖਕ। ਇਸ ਕਰਕੇ ਥੋੜਾ ਜਿਹਾ ਇਸ ਨੂੰ ਵੱਧ ਆਪਣਾ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਵੀਰੇਂਦਰ ਭੰਬੋਰੀ ਦੀ ਆਪਾਂ ਗੱਲ ਕਰੀਏ ਦੋਸਤੋ, ਜੇ ਮੈਨੂੰ ਨਾ ਕੁਛ ਮਿੰਨੀ ਕਹਾਣੀਕਾਰਾਂ ਤੇ ਤੋਂ ਉਮੀਦਾਂ ਹੈ ਕਿ ਮਿੰਨੀ ਕਹਾਣੀ ਦੇ ਭਵਿੱਖ ਨੂੰ ਅੱਗੇ ਲੈ ਕੇ ਜਾਣਗੇ। ਉਹਨਾਂ 'ਚ ਵੈਸੇ ਤੁਸੀਂ ਸਾਰੇ ਹੀ ਹੋ, ਪਰ ਮੈਂ ਵਿਸ਼ੇਸ਼ ਤੌਰ ਤੇ ਭੰਬੋਰੀ ਦਾ ਜ਼ਿਕਰ ਕਰਿਆ ਕਰਦਾ ਕਿ ਸਾਡਾ ਬਹੁਤ ਸਮਰੱਥ ਲੇਖਕ ਹੈ। ਇਹਦੇ ਮਿੰਨੀ ਕਹਾਣੀ ਸੰਗ੍ਰਹਿ ਤੇ ਮੈਂ ਪਹਿਲਾਂ ਇਹਨਾਂ ਦੇ ਕਾਲਜ 'ਚ ਮੈਂ ਬੋਲ ਕੇ ਵੀ ਆਇਆ ਸੀ। ਸੋ ਮਿੰਨੀ ਕਹਾਣੀ ਬਹੁਤ ਜਿਹੜੀ ਮਨੋਵਿਗਿਆਨਕ ਮਿੰਨੀ ਕਹਾਣੀ ਜਿਹਦੀ ਅੱਜ ਸਭ ਤੋਂ ਵੱਧ ਲੋੜ ਹੈ, ਜਿਹਨੇ ਮਿੰਨੀ ਕਹਾਣੀ ਦਾ ਕਲਾਤਮਕ ਪਿਆਰ ਸਿਰਜਣਾ ਹੈ, ਉਹਨਾਂ ਚੋਂ ਮੈਨੂੰ ਅੱਜ ਦੀਆਂ ਪੜ੍ਹੀਆਂ ਗਈਆਂ ਕਹਾਣੀਆਂ ਤੋਂ ਇਹਦੀ ਕਹਾਣੀ ਆਪਣਾ ਭੰਬੋਰੀ ਦੀ ਲੱਗੀ ਹੈ ਕਿ ਬਹੁਤ ਸਫਲ ਕਹਾਣੀ ਹੈ। ਬੜੇ ਕਲਾਤਮਕ ਤੇ ਮਨੋਵਿਗਿਆਨਕ ਛੋਹਾਂ ਰਾਹੀਂ ਇਹ ਕਹਾਣੀ ਨੇ ਮਨੁੱਖਤਾਵਾਦ ਦਾ ਸੁਨੇਹਾ ਦਿੱਤਾ ਹੈ। ਮਨੁੱਖ ਜਾਤੀ ਭਾਵੇਂ ਕਿੰਨੇ ਧਰਮਾਂ 'ਚ ਵੰਡੀ ਜਾਵੇ, ਭਾਵੇਂ ਕਿੰਨੀਆਂ ਜਾਤਾਂ ਗੋਤਾਂ ਧਰਮ ਭਾਸ਼ਾ 'ਚ ਵੰਡੀ ਜਾਵੇ, ਪਰ ਕਹਾਣੀ ਸਥਾਪਿਤ ਕਰਦੀ ਹੈ ਕਿ ਪਿਆਰ ਦੀ ਕੋਈ ਭਾਸ਼ਾ ਆਪਣਾ ਧਰਮ ਨਹੀਂ ਹੁੰਦਾ, ਪਿਆਰ ਦੀ ਕੋਈ ਵੰਡ ਨਹੀਂ ਹੁੰਦੀ, ਪਿਆਰ ਕੱਲਾ ਪਿਆਰ ਹੀ ਹੁੰਦਾ ਹੈ। ਤੇ ਇਸ ਕਹਾਣੀ ਪਿਛਲਾ ਪ੍ਰੇਮੀ ਜੋੜਾ ਇਸ ਸਿਧਾਂਤ ਤੇ ਚੱਲਦਾ ਹੈ। ਮੁੰਡਾ ਕੁੜੀ ਨੂੰ ਪੁੱਛਦਾ ਹੈ ਕਿ ਤੇਰਾ ਕਿਹੜਾ ਧਰਮ ਹੈ, ਤਾਂ ਉਹ ਮੋਢੇ ਤੇ ਹੱਥ ਰੱਖ ਦਿੰਦੀ ਹੈ ਉਹਦੇ ਵੀ ਮੇਰਾ ਧਰਮ ਪਿਆਰ ਹੈ। ਇਸ ਕਰਕੇ ਬੜੀਆਂ ਸੂਖਮ ਜੁਗਤ ਵਰਤ ਕੇ ਇਸ ਮਿੰਨੀ ਕਹਾਣੀਕਾਰ ਨੇ ਗੱਲ ਕੀਤੀ ਹੈ। ਪੂਰੇ ਰਹਿ ਗਈ ਕਿ ਮੁੱਕੀਆਂ ਸੁਖਦੇਵ ਸਿੰਘ ਔਲਖ ਬਹੁਤ ਸਮਰੱਥ ਮਿੰਨੀ ਕਹਾਣੀਕਾਰ ਹੈ। ਮੈਂ ਹੁਣੇ ਇਹਦੇ ਪਿੱਛੇ ਜੇ ਇਹਦੇ ਮਿੰਨੀ ਕਹਾਣੀ ਸੰਗ੍ਰਹਿ ਆ ਰਿਹਾ ਹੈ, ਉਹਦਾ ਮੁਖਬੰਦ ਵੀ ਲਿਖਿਆ ਹੈ ਤੇ ਮੈਂ ਇਸ ਦੀ ਮਿੰਨੀ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ। ਪਰ ਕਈ ਵਾਰ ਸਾਡੇ ਜਿਹੜੇ ਮੈਂ ਪਹਿਲਾਂ ਵੀ ਕਿਹਾ ਕਿ ਸਭ ਮਿੰਨੀ ਕਹਾਣੀਕਾਰ, ਚੰਗੇ ਮਿੰਨੀ ਕਹਾਣੀਕਾਰ ਦੀ ਕਾਹਲ 'ਚ ਛੇਤੀ ਮਿੰਨੀ ਕਹਾਣੀ ਲਿਖਣ 'ਚ ਥੋੜੀ ਜੀ ਅੱਜ ਦੀ ਮਿੰਨੀ ਕਹਾਣੀ ਨੂੰ ਨਾ ਮਿਲਿਆ, ਜਿਹੜਾ ਸਬੂਤ ਹੈ ਕਿ ਵਧੀਆ ਮਿੰਨੀ ਕਹਾਣੀ ਲਿਖਦਾ ਹੈ। ਮੈਨੂੰ ਇਹ ਥੋੜੀ ਜਿਹੀ ਕਹਾਣੀ ਕਮਜ਼ੋਰ ਲੱਗੀ। ਅਸਲ 'ਚ ਸੁਖਦੇਵ ਔਲਖ ਹਾਸ ਵਿਅੰਗ ਲੇਖਕ ਹੈ। ਮਿੰਨੀ ਕਹਾਣੀ ਤੋਂ ਪਹਿਲਾਂ ਹਾਸ ਵਿਅੰਗ 'ਚ ਇਹਦਾ ਨਾਂ ਬੋਲਦਾ ਤੇ ਇਹਦੀਆਂ ਹਾਸ ਵਿਅੰਗੀ ਜਿਹੜੀ ਸਥਿਤੀ ਹੈ ਨਾ, ਉਹ ਜ਼ਬਰੀ ਇਹਦੀ ਮਿੰਨੀ ਕਹਾਣੀਆਂ 'ਚ ਆ ਜਾਂਦੀ ਤੇ ਜਿਹੜੀ ਜਬਰੀ ਚੀਜ਼ ਆ ਜੇ ਉਹ ਗੰਭੀਰਤਾ ਘਟਾ ਦਿੰਦੀ ਹੈ। ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਇੱਕ ਗੱਲ ਬੜੀ ਪ੍ਰਚਲਿਤ ਹੋਈ ਕਿ ਜਿਹੜੇ ਪਹਿਲਾਂ ਚਲਾਨ ਜਾਂ ਜੁਰਮ ਇਹ ਮੰਨਿਆ ਜਾਂਦਾ ਸੀ ਕਿ ਇਹਨੇ ਮੂੰਹ ਢਕਿਆ ਖਾਰਕੂ ਦੇ ਦੌਰ ਵੇਲੇ 1984 ਦੇ ਨੇੜੇ ਤੇੜ। ਪਰ ਹੁਣ ਸਮਾਂ ਬਦਲਿਆ ਹੈ ਤਾਂ ਜਿਹਦਾ ਮੂੰਹ ਖੁੱਲ੍ਹਾ ਹੈ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਸੋ ਇਸ ਨੇ ਜਿਹੜੀ ਸੋਸ਼ਲ ਮੀਡੀਆ ਦੀ ਇਸ ਧਾਰਨਾ ਨੂੰ ਇੰਨ ਬਿੰਨ ਦੁਹਰਾਇਆ ਹੈ ਤੇ
ਇਹ ਮਿੰਨੀ ਕਹਾਣੀ ਇਹਨਾਂ ਚੀਜ਼ਾਂ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਉਹ ਥੋੜਾ ਜਿਹਾ ਘੱਟ ਸਪਸ਼ਟ ਹੋਇਆ ਤੇ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਕਿਸੇ ਵੇਲੇ ਇਸ ਮਿੰਨੀ ਕਹਾਣੀ ਨੂੰ ਸੁਣ ਕੇ ਕਿਉਂ ਤੁਹਾਡੇ ਸਮਰੱਥ ਹੈ, ਵਧੀਆ ਮਿੰਨੀ ਕਹਾਣੀਕਾਰ ਹੋ ਤੁਸੀਂ ਇਸ ਤੋਂ ਵਧੀਆ ਮਿੰਨੀ ਕਹਾਣੀ ਕਰ ਸਕਦੇ ਹੋ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਭਰੋਗੇ ਵੀ ਜ਼ਰੂਰ। ਹੋਰ ਕਿਹੜੀ ਰਹੇਗੀ ਭਾਈ ਦੱਸ ਦਿਓ ਹੈ ਜੀ। ਛੇਮ ਕਰਨੀ ਸਾਹਿਬ ਨਹੀਂ ਮੇਰਾ ਨਹੀਂ ਬਾਕੀ ਬੜੇ ਕੋਲੇ ਲਓ ਸਾਡੇ ਬਾਬਾ ਬੋੜ ਮਿੰਨੀ ਕਹਾਣੀ ਤੇ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ, ਮੈਂ ਵੀ ਸਿੱਖਿਆ, ਤੁਸੀਂ ਵੀ ਸਾਰਿਆਂ ਨੇ ਸਿੱਖਿਆ ਹੋ, ਕਿਉਂਕਿ ਸਾਡੇ ਸਭ ਤੋਂ ਪੁਰਾਣੇ ਤੇ ਪ੍ਰੌੜ ਮਿੰਨੀ ਕਹਾਣੀਕਾਰ ਨੇ। ਜਦੋਂ ਮਿੰਨੀ ਕਹਾਣੀ ਦਾ ਨਾਮਕਰਨ ਵੀ ਹੋਇਆ ਉਦੋਂ ਤੋਂ ਇਹ ਲਿਖ ਰਹੇ ਨੇ। ਇਹ ਮਿੰਨੀ ਕਹਾਣੀ ਨਾ ਕੀ ਹੈ ਜੀ, ਇਹਦਾ ਨਾਮ ਹੀ ਨਹੀਂ ਹੈ ਜੀ, ਗਰਦ। ਹਰਭਜਨ ਖੇਮਕਰਨੀ ਦੀ ਮਿੰਨੀ ਕਹਾਣੀ ਮਨੁੱਖੀ ਸੋਚ ਜਿਹੜੀਆਂ ਸਥਿਤੀਆਂ ਉਹ ਸਮੇਂ ਤੇ ਬਦਲਾਵ ਲਿਆਉਂਦੀਆਂ ਰਹਿੰਦੀਆਂ। ਮਨੁੱਖ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਅੱਜ ਹੋਰ ਹੈ, ਕੱਲ ਹੋਰ ਹੈ, ਪਰਸੋਂ ਹੋਰ ਹੈ, ਪਲ ਪਲ ਬਦਲਦੀ ਜ਼ਿੰਦਗੀ। ਮੇਰੀ ਕਹਾਣੀ ਦਾ ਨਾਮ ਵੀ ਹੈ, ਸਾਡੀ ਜ਼ਿੰਦਗੀ ਪਲ ਪਲ ਬਦਲਦੀ ਹੈ ਤੇ ਪ੍ਰਸਥਿਤੀਆਂ ਜਿਹੜੀਆਂ ਹੁੰਦੀਆਂ ਤੇ ਖਾਸ ਤੌਰ ਤੇ ਜਿਹੜੀਆਂ ਆਰਥਿਕ ਸਥਿਤੀਆਂ ਉਹ ਮਨੁੱਖੀ ਸੋਚ ਮਨੁੱਖੀ ਸੰਵੇਦਨਾ 'ਚ ਕਿਸ ਤਰ੍ਹਾਂ ਅਸਰ ਅੰਦਾਜ਼ ਹੁੰਦੀਆਂ ਨੇ। ਬੜੇ ਵਧੀਆ ਢੰਗ ਨਾਲ ਸਾਡੇ ਖੇਮਕਰਨੀ ਜੀ ਨੇ ਇਸ ਨੂੰ ਦੱਸਿਆ। ਆਰਥਿਕ ਲੋੜਾਂ ਜਦੋਂ ਕਰਜ਼ਾਂ 'ਚ ਬਦਲ ਜਾਂਦੀਆਂ ਨੇ ਤਾਂ ਮਨੁੱਖ ਦਾ ਸੁਭਾਅ ਵੀ ਬਦਲ ਜਾਂਦਾ ਹੈ। ਇੱਕ ਖੁਦਾਰ ਵਿਅਕਤੀ ਦਾ ਮਨੁੱਖ ਵੀ ਚਾਪਲੂਸ ਬਣ ਜਾਂਦਾ ਹੈ। ਤੇ ਇਹ ਦੋਸਤ ਆਪਣਾ ਇਹਦੇ 'ਚ ਇੱਕ ਜੱਟ ਤੇ ਕਿਸਾਨ ਦੀ ਗੱਲ ਹੈ। ਜਦੋਂ ਜੱਟ ਸੌਖੀ ਸਥਿਤੀ 'ਚ ਹੈ, ਉਹ ਮੰਗ ਰੱਖਦਾ ਹੈ ਕਿ ਮੈਂ ਤਾਂ ਨਰੇਗਾ ਵਾਲੀ ਦਿਹਾੜੀ ਲਊਂ। ਮਜ਼ਦੂਰ ਦੀ ਮੰਗ ਹੈ ਕਿ ਮੈਂ ਤਾਂ ਚੰਡੀਗੜ੍ਹ ਵਾਲਾ ਰੇਟ ਲਊਂ। ਸੋ ਨਾ ਉਸ ਵੇਲੇ ਉਹ ਗਰਜਮੰਦ ਹੈ ਤੇ ਨਾ ਉਸ ਵੇਲੇ ਉਹ ਗਰਜਮੰਦ ਹੈ। ਇਸ ਕਰਕੇ ਉਹਨਾਂ ਦਾ ਸਮਝੌਤਾ ਸਿਰੇ ਨਹੀਂ ਚੜ੍ਹਦਾ, ਉਹ ਦਿਹਾੜੀ ਤੇ ਨਹੀਂ ਜਾਂਦੇ। ਪਰ ਪਿਛਲੇ ਸਮੇਂ ਦੌਰਾਨ ਲੱਗੇ ਲਾਕਡਾਊਨ ਨੇ ਜੱਟ ਨੂੰ ਵੀ ਤੇ ਕਿਸਾਨ ਨੂੰ ਵੀ ਤੇ ਮਜ਼ਦੂਰ ਨੂੰ ਵੀ ਸਾਰਿਆਂ ਨੂੰ ਸਾਨੂੰ ਗਰਜਮੰਦ ਬਣਾ ਦਿੱਤਾ ਹੈ। ਇਸ ਗਰਜਮੰਦੀ ਨੇ ਸਾਡੇ ਮਨੋਵਿਗਿਆਨ 'ਚ ਕਿਸ ਤਰ੍ਹਾਂ ਦਖਲ ਦਿੱਤਾ ਹੈ, ਸਾਨੂੰ ਕਿਸ ਤਰ੍ਹਾਂ ਬਦਲਿਆ ਹੈ, ਇਸ ਕਹਾਣੀ ਰਾਹੀਂ ਅਸੀਂ ਬੜੇ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਜੱਟ ਕਿਸਾਨ ਨੂੰ ਫਿਕਰ ਹੈ ਕਿ ਮੈਂ ਇਸ ਨੂੰ ਪਹਿਲਾਂ ਦਿਹਾੜੀ ਨਹੀਂ ਸੀ ਦਿੱਤੀ, ਇਸ ਕਰਕੇ ਮੇਰੀ ਤਾਂ ਹੁਣ ਝੋਨਾ ਸੁੱਕਦਾ ਜਾਂਦਾ ਹੈ, ਮੈਂ ਇਹਦੀ ਬਿਜਾਈ ਕਿਵੇਂ ਕਰੂੰਗਾ, ਪਾਣੀ ਘਟ ਗਿਆ ਤੇ ਜੇ ਜਵਾਬ ਦੇ ਗਿਆ ਤਾਂ ਮੈਨੂੰ ਤਾਂ ਔਖਾ ਹੋ ਜੂ। ਜੱਟ ਕਰਜ਼ਮੰਦ ਹੈ ਇਸ ਕਰਕੇ। ਤੇ ਮਜ਼ਦੂਰ ਨੂੰ ਉਹਨੂੰ ਦਿਹਾੜੀ ਨਹੀਂ ਕਈ ਦਿਨਾਂ ਦੀ ਮਿਲੀ, ਉਹਦੇ 'ਚ ਭੁੱਖਮਰੀ ਦੀ ਸਥਿਤੀ ਹੈ। ਦੋਹਾਂ 'ਚ ਇੱਕ ਅਹਿਮ ਮਤਲਬ ਜਿਹੜਾ ਉਦੋਂ ਟੁੱਟਦਾ। ਜਦੋਂ ਮਜ਼ਦੂਰ ਨੂੰ ਜਾਂਦਾ ਵੇਖਦਾ ਤੇ ਉਹ ਕਹਿੰਦਾ ਮਤਲਬ ਵੀ ਆ ਯਾਰ ਬੜੇ ਚੰਗੇ ਢੰਗ ਨਾਲ ਉਹਨੂੰ ਸੰਬੋਧਨ ਹੁੰਦਾ ਹੈ। ਤੇ ਜਦੋਂ ਗਰਜਾਂ ਟੁੱਟਦੀਆਂ ਜਦੋਂ ਗਰਜਾਂ ਉਸ ਨੂੰ ਮਜਬੂਰ ਕਰ ਦਿੰਦੀਆਂ ਤਾਂ ਜੱਟ ਵੀ ਇੱਕਦਮ ਬਦਲ ਜਾਂਦਾ ਹੈ। ਜੱਟ ਕਹਿੰਦਾ ਵੀ ਜਿੰਨੀ ਵੀ ਤੈਨੂੰ ਦਿਹਾੜੀ ਹੈ ਉਦੋਂ ਮੈਂ ਵੱਧ ਦਿਓ ਜਿਹੜੇ ਪਹਿਲਾਂ ਮੰਗਦੇ ਸੀ, ਤੇ ਮਜ਼ਦੂਰ ਕਹਿੰਦਾ ਕਿ ਸਾਨੂੰ ਕੰਮ ਦੇ ਦਿਓ। ਸੋ ਜਿਹੜੀ ਆਰਥਿਕਤਾ ਇਹ ਮਨੁੱਖੀ ਸੁਭਾਅ ਨੂੰ ਬਹੁਤ ਬਦਲਦੀ ਹੈ, ਇਹ ਮਨੁੱਖੀ ਖੁਦਾਰੀ ਨੂੰ ਵੀ ਤੋੜਦੀ ਹੈ। ਇਸ ਮਨੋਵਿਗਿਆਨਕ ਸੱਚਾਈ ਨੂੰ ਸਾਡੇ ਖੇਮਕਰਨੀ ਸਾਹਿਬ ਨੇ ਬੜੇ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਸੋ ਸਾਰੀਆਂ ਕਹਾਣੀਆਂ ਬਹੁਤ ਵਧੀਆ, ਕੋਈ ਵੀ ਕਹਾਣੀ ਮਾੜੀ ਨਹੀਂ ਲੱਗੀ। ਪਰ ਜੇ ਵਰਕਸ਼ਾਪ ਹੈ ਫਿਰ ਭਾਈ ਸਾਨੂੰ ਰੋਚਕ ਪਹੁੰਚਿਆ ਸੀ ਬੜੇ ਬੜੇ ਨਾ ਬੋਲੀਏ। ਇਸ ਕਰਕੇ ਸਾਨੂੰ ਕਦੋਂ ਚਾਹ ਕੱਢੀਆਂ ਪੈਂਦੀਆਂ, ਮਤਲਬ ਇਹ ਨਹੀਂ ਵੀ ਤੁਹਾਡੀ ਕਹਾਣੀ ਮਾੜੀ ਹੈ, ਕਹਾਣੀਆਂ ਤੁਹਾਡੀ ਵਧੀਆ ਹੈ ਤੇ ਤੁਸੀਂ ਹੋਰ ਵਧੀਆ ਬਣਾ ਸਕਦੇ। ਸੋ ਜੇ ਕਿਸੇ ਤੋਂ ਭਾਈ ਜੇ ਕੋਈ ਨਾਰਾਜ਼ ਹੋ ਗਿਆ ਹੋਵੇ ਤਾਂ ਮੈਨੂੰ ਫੋਨ ਕਰਕੇ ਨਾ ਦੂਰ ਕਰ ਦਿਓ।